पंजाब विच इस वेले वाढी दी रुੱਤ है। किसान ते मजदूर ते होर सब लोकी इस किੱਤੇ विच धंधे विच लगे हुए ने, वाहो दा ही फसल साਂਭਣ विच लगे हुए ने। पर कोविड-19 ਕਾਰਨ ਸਮੱਸਿਆਵਾਂ ਕਿਸਾਨਾਂ ਦੀਆਂ ਬਹੁਤ ਵੱਧ ਗਈਆਂ ਹਨ। ਸਰਕਾਰਾਂ ਤਾਂ ਭਲੇ ਵੇਲਿਆਂ ਵਿੱਚ ਵੀ ਆਮ ਲੋਕਾਂ ਦੀਆਂ, ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਬਾਰੇ ਬਹੁਤੀਆਂ ਸੁਚੇਤ ਨਹੀਂ ਹੁੰਦੀਆਂ, ਕੋਈ ਕਾਰਗਰ ਯਤਨ ਨਹੀਂ ਕਰਦੀਆਂ ਅਤੇ ਸਰਕਾਰ ਨੂੰ ਕੰਮ ਕਰਨ ਵਿਰੋਧੀ ਧਿਰ ਨੇ ਹੀ ਲਾਉਣਾ ਹੁੰਦਾ ਹੈ। ਆਮ ਆਦਮੀ ਪਾਰਟੀ ਵੱਲੋਂ ਦਿੜਬਾ ਹਲਕੇ ਤੋਂ ਵਿਧਾਇਕ ਸਰਦਾਰ ਹਰਪਾਲ ਸਿੰਘ ਚੀਮਾ ਹੋਰੀ ਜੋ ਵਿਰੋਧੀ ਧਿਰ ਦੇ ਆਗੂ ਵੀ ਹਨ, ਇਸ ਵੇਲੇ ਅਸੀਂ ਟੀਵੀ ਪੰਜਾਬ ਵੱਲੋਂ ਉਹਨਾਂ ਨਾਲ ਗੱਲਬਾਤ ਕਰਾਂਗੇ। ਹਰਪਾਲ ਸਿੰਘ ਚੀਮਾ ਜੀ, ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਦਵਿੰਦਰ ਜੀ, ਸਤਿ ਸ਼੍ਰੀ ਅਕਾਲ। ਚੀਮਾ ਸਾਹਿਬ, ਇਹ ਦੱਸੋ ਕਿ ਇਸ ਵੇਲੇ ਸਰਕਾਰ ਮੰਡੀਆਂ ਵਿੱਚ ਤੇ ਖੇਤਾਂ ਦੇ ਮਸਲਿਆਂ ਨੂੰ ਲੈ ਕੇ ਕੁਝ ਵੀ ਕਰਦੀ ਸਪਸ਼ਟ ਨਜ਼ਰ ਆ ਰਹੀ ਹੈ ਕਿ ਕੁਝ ਵੀ ਨਹੀਂ ਹੋ ਰਿਹਾ। ਆਮ ਲੋਕਾਂ ਦੇ ਮਸਲੇ ਬਹੁਤ ਬੜੇ ਹੋਏ ਨੇ ਤੇ ਕੋਵਿਡ-19 ਨੇ ਹਾਲਾਤ ਹੋਰ ਖਰਾਬ ਕੀਤੇ ਹੋਏ ਨੇ, ਲਾਕਡਾਊਨ ਨੇ, ਅਤੇ ਸਰਕਾਰ ਨੂੰ ਕੰਮ ਕਰਨ ਲਈ ਮਜਬੂਰ ਕਰਨਾ ਹੁੰਦਾ ਹੈ ਵਿਰੋਧੀ ਧਿਰ ਨੇ। ਤੇ ਤੁਸੀਂ ਵਿਰੋਧੀ ਧਿਰ ਵਜੋਂ ਤੁਸੀਂ ਵੀ ਸਰਗਰਮ ਨਹੀਂ ਨਜ਼ਰ ਆਉਂਦੇ। ਇਹ ਦੋਸ਼ ਨਹੀਂ ਹੈ, ਇਹਦੇ ਬਾਰੇ ਥੋੜਾ ਜਿਹਾ ਖੁਲਾਸਾ ਕਰੋ। ਦੇਖੋ ਜੀ, ਮੈਂ ਹਲਕੇ ਦੇ ਬਿਲਕੁਲ ਦੜਬਾ ਮੰਡੀ ਦੇ ਵਿੱਚ ਬੈਠਾਂਗਾ। ਮੈਂ ਦੜਬੇ ਵਿੱਚ ਗਿਆ ਹੈ। ਅਸੀਂ ਦੇਖਿਆ ਕਿ ਬਹੁਤ ਸਾਰੀਆਂ ਸਮੱਸਿਆਵਾਂ ਪਿਛਲੇ ਲਗਾਤਾਰ ਇੱਕ ਹਫ਼ਤੇ ਤੋਂ ਮੈਂ ਹੈਗਾ ਆਪਣੇ ਹਲਕੇ 'ਚ ਵਿਚਰ ਰਿਹਾ। ਮੈਂ ਪਾਸ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਲਿਆ ਹੋਇਆ ਹੈਗਾ, ਕਿਉਂਕਿ ਲਾਕਡਾਊਨ ਕਰਕੇ, ਕਰਫਿਊ ਕਰਕੇ ਰੈਸਟ ਆਫ ਪੰਜਾਬ 'ਚ ਨਹੀਂ ਜਾਇਆ ਜਾ ਸਕਦਾ ਗਾ। ਮੈਂ ਆਪਣੇ ਹਲਕੇ ਦੇ ਵਿੱਚ ਬਿਲਕੁਲ 24 ਘੰਟੇ ਮੌਜੂਦ ਹਾਂਗਾ ਔਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਆੜ੍ਹਤੀਆਂ ਨੂੰ ਸਾਹਮਣਾ ਕਰਨਾ ਪੈ ਰਿਹਾ। ਦਵਿੰਦਰ ਜੀ, ਬੜੀ ਸਪਸ਼ਟ ਗੱਲ ਆ ਕਿ ਹਜੇ ਤੱਕ ਪੰਜਾਬ ਸਰਕਾਰ ਨੇ ਇੱਕ ਵੀ ਪੈਸਾ ਆੜ੍ਹਤੀਆਂ ਦੇ ਖਾਤੇ 'ਚ ਨਹੀਂ ਪਾਇਆ ਹੈਗਾ। ਇਹੀ ਕਾਰਨ ਹੈ ਕਿ ਨਾ ਕਿ ਕਿਸਾਨਾਂ ਦੇ ਖਾਤੇ 'ਚ ਗਿਆ, ਨਾ ਮਜ਼ਦੂਰਾਂ ਦੇ ਖਾਤੇ 'ਚ ਗਿਆ, ਨਾ ਕਿ ਕੰਬਾਈਨ ਚਲਾਉਣ ਦੇ ਖਾਤੇ 'ਚ ਗਿਆ। ਔਰ ਸਾਰੇ ਦੇ ਸਾਰੀ ਜਿਹੜੀ ਚੇਨ ਆ, ਪੂਰੀ ਦੀ ਪੂਰੀ ਚੇਨ ਆ ਜਿਹੜੀ ਅੱਜ ਉਹ ਪੈਸੇ ਤੋਂ ਬੇਹਾਲ ਬੈਠੀ ਆ। ਔਰ ਸਰਕਾਰ ਜਿਹੜੀ ਕਹਿ ਰਹੀ ਆ, ਦਾਅਵਾ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਨੂੰ 24 ਘੰਟਿਆਂ ਦੇ ਵਿੱਚ ਪੇਮੈਂਟ ਕਰਾਂਗੇ, ਆੜ੍ਹਤੀਆਂ ਨੂੰ ਪੇਮੈਂਟ ਕਰਾਂਗੇ, ਬਿਲਕੁਲ ਜਿਹੜੀ ਆ ਉਹ ਫੇਲ ਹੋਈ ਆ। ਬੇਸ਼ੱਕ ਇਹ ਸਮਾਂ ਰਾਜਨੀਤੀਕਰਨ ਦਾ ਨਹੀਂ ਹੈਗਾ, ਇਹ ਸਮਾਂ ਸਾਨੂੰ ਇਕੱਠੇ ਚੱਲਣ ਦਾ ਹੈਗਾ, ਕਿਉਂਕਿ ਇਸ ਸਮੇਂ ਜਿਹੜਾ ਹੈਗਾ ਦੇਸ਼ ਦੇ ਵਿੱਚ, ਵਿਦੇਸ਼ ਦੇ ਵਿੱਚ ਜਿਹੜਾ ਹੈਗਾ ਕਰੋਨਾ ਮਹਾਮਾਰੀ ਦਾ ਪ੍ਰਕੋਪ ਜਿਹੜਾ ਫੈਲਿਆ ਹੋਇਆ। ਪਰ ਲੇਕਿਨ ਕੁਝ ਗੱਲਾਂ ਜਿਹੜੀਆਂ ਪੰਜਾਬ ਸਰਕਾਰ ਗਲਤ ਕਰਦੀ ਹੈ, ਉਹਨੂੰ ਜਿਹੜੀ ਆ ਉਹਨਾਂ ਤੇ ਟਿੱਪਣੀ ਕਰਨੀ ਬਣਦੀ ਹੈ, ਕਰ ਰਹੇ ਹਾਂਗੇ। ਸੋ ਕਿਸਾਨ ਦੇ ਵਿੱਚ ਜਿਹੜੀ ਮੰਡੀ ਆ, ਮੰਡੀ ਦੇ ਵਿੱਚ ਕਿਸਾਨ ਦੀ ਜਿਹੜੀ ਆ ਫਸਲ ਉਹ ਬਾਰਦਾਨੇ ਦੀ ਘਾਟ ਕਾਰਨ ਚੱਕਣੋਂ ਰਹਿ ਰਹੀ ਆ। ਬਹੁਤ ਸਾਰਾ ਬਾਰਦਾਨਾ ਘਟ ਰਿਹਾ ਹੈਗਾ। ਔਰ ਜਿਹੜੀ ਆ ਖਾਸ ਤੌਰ ਤੇ ਮੈਂ ਸਪਸ਼ਟ ਕਹੂੰਗਾ ਕਿ ਐਫਸੀਆਈ ਦੀ ਜਿਹੜੀ ਖਰੀਦ ਆ ਪੰਜਾਬ ਵਿੱਚ ਬਿਲਕੁਲ ਨਹੀਂ ਹੋ ਰਹੀ। ਬਹੁਤ ਜਗ੍ਹਾ ਦੇ ਉੱਤੇ ਕਿਸਾਨ ਜਿਹੜਾ ਹੈਗਾ ਮੰਡੀਆਂ 'ਚ ਬੈਠਾ ਹੈਗਾ, 4-4 5-5 ਦਿਨ ਹੋ ਗਏ, ਪਾਸ ਵੀ ਮਿਲੇ ਹੋਏ ਨੇ। ਔਰ ਇੱਕ ਹੋਰ ਮੈਂ ਦਵਿੰਦਰ ਜੀ ਗੱਲ ਸਪਸ਼ਟ ਕਰਾਂ ਕਿ ਪਾਸਾਂ ਦਾ ਵੀ ਸਿਆਸੀਕਰਨ ਹੋਇਆ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪਾਸਾਂ ਦਾ ਸਿਆਸੀਕਰਨ ਹੋਇਆ। ਜਿਹੜੇ ਬੰਦੇ ਨੇ ਜਾਂ ਜਿਹੜੇ ਮੇਨ ਰਾਜ ਕਰਦਾ ਪਾਰਟੀ ਦੇ ਸੰਬੰਧਿਤ ਨੇ, ਉਹਨਾਂ ਨੂੰ ਤਾਂ ਪਾਸ ਵੱਧ ਤੋਂ ਵੱਧ ਜਾਰੀ ਹੋਏ ਨੇ। ਜਿਹੜੇ ਛੋਟੇ ਆੜ੍ਹਤੀਏ ਨੇ ਜਾਂ ਜਿਨ੍ਹਾਂ ਦੀ ਪਹੁੰਚ ਨਹੀਂ ਹੈਗੀ, ਜਾਂ ਜਿਹੜੇ ਸਿੱਧੇ ਸਾਦੇ ਮੈਂ ਸਮਝਦਾ ਉਹ ਨੇ, ਕਿ ਉਹਨਾਂ ਨੂੰ ਪਾਸ ਬਿਲਕੁਲ ਨਹੀਂ ਕਿਤੇ ਵੀ ਮਿਲ ਰਿਹਾ। ਨਹੀਂ, ਪਾਸਾਂ ਦਾ ਮਸਲਾ ਜਿਹੜੀ ਟਰਾਲੀਆਂ ਲਈ ਪਾਸ ਮਿਲਣੇ ਨੇ ਕਿਸਾਨਾਂ ਨੂੰ ਫਸਲ ਦੀ ਢੋਆਈ ਲਈ, ਉਹ ਇਹ ਹੈ ਕਿ ਜੇ ਅਸੀਂ ਮੋਟੇ ਜਿਹੇ ਅੰਦਾਜ਼ਾ ਲਾ ਕੇ ਦੇਖੀਏ ਕਿ ਆਮ ਐਵਰੇਜ ਔਸਤ ਲਾਈਏ ਕਿ 10 ਕਿੱਲਿਆਂ ਵਾਲਾ ਕਿਸਾਨ, ਉਹਦੇ ਕੋਲ 2 ਕੁਇੰਟਲ ਕਣਕ ਹੋਵੇਗੀ ਤੇ 3 ਟਰਾਲੀਆਂ ਬਣਦੀਆਂ ਨੇ। ਜਦੋਂ ਤੁਸੀਂ ਇੱਕ ਟਰਾਲੀ ਲਈ ਪਾਸ ਦੇ ਰਹੇ ਹੋ ਤੇ ਉਹ ਬਾਕੀ ਕਣਕ ਨੂੰ ਕਿੱਥੇ ਸਾਂਭੇ? ਸਾਰੇ ਕਿਸਾਨਾਂ ਕੋਲੇ ਘਰੇ ਸਟੋਰ ਕਰਨ ਦੇ ਬਹੁਤੇ ਪ੍ਰਬੰਧ ਨਹੀਂ ਹੁੰਦੇ, ਬਹੁਤ ਸਧਾਰਨ ਹੁੰਦੇ ਨੇ ਕਿਸਾਨਾਂ ਦੇ ਘਰ। ਫਸਲ ਨੂੰ ਸਾਂਭਣ ਲਈ ਉਹਨੂੰ ਦੂਰੀ ਕਵੈਦ ਵੀ ਕਰਨੀ ਪਊ। ਜੇ ਉਹ ਘਰੇ ਸਟੋਰ ਕਰੇਗਾ, ਪਹਿਲਾਂ ਉਹ ਘਰੇ ਕਣਕ ਪਹੁੰਚਾਉਣ ਦਾ ਖਰਚਾ ਕਰੇਗਾ, ਫਿਰ ਉੱਥੋਂ ਕਣਕ ਕੱਢ ਕੇ ਦਿਹਾੜੀਦਾਰ ਕਾਮੇ ਲਾ ਕੇ ਤੇ ਫਿਰ ਉਹ ਮੰਡੀ ਪਹੁੰਚਾਏਗਾ ਜਦੋਂ ਉਹਦੀ ਵਾਰੀ ਆਏਗੀ। ਤੇ ਵਾਢੀ ਦਾ ਸੀਜ਼ਨ ਸਭ ਤੋਂ ਸੰਖੇਪ ਸੀਜ਼ਨ ਹੁੰਦਾ ਹੈ ਦੁਨੀਆ ਭਰ ਵਿੱਚ, ਕਣਕ ਦੀ ਵਾਢੀ ਦਾ। ਤੇ ਇਹੋ ਜਿਹੇ ਵੇਲੇ ਜੇ ਤੁਸੀਂ ਹੁਣੇ ਆਖਿਆ ਕਿ ਤੁਸੀਂ ਹੋਰ ਥਾਵਾਂ ਤੇ ਨਹੀਂ ਜਾ ਸਕਦੇ, ਤੁਸੀਂ ਵਿਰੋਧੀ ਧਿਰ ਦੇ ਲੀਡਰ ਹੋ, ਤੁਸੀਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਤੇ ਪਾਰਟੀ ਦੇ ਲੀਡਰਾਂ ਨੂੰ ਸਰਗਰਮ ਕਿਉਂ ਨਹੀਂ ਕਰ ਰਹੇ ਕਿ ਉਹ ਥਾਂ ਥਾਂ ਮੰਡੀਆਂ ਵਿੱਚ ਜਾਣ? ਅਤੇ ਸਭ ਤੋਂ ਵੱਡੀ ਗੱਲ ਇਸ ਵੇਲੇ ਜੋ ਮੈਂ ਕਹਿਣਾ ਚਾਹੁੰਦੀ ਹਾਂ ਕਿ ਆਪ ਦੇ ਲੀਡਰ ਜਿੰਨੇ ਵੀ ਇਸ ਵੇਲੇ ਕੇਜਰੀਵਾਲ ਸਰਕਾਰ ਦੀ ਦਿੱਲੀ ਵਿੱਚ ਹੋ ਰਹੇ ਕੰਮਾਂ ਦੀ ਤਾਰੀਫ ਕਰਨ ਲੱਗੇ ਹੋਏ ਨੇ, ਇਹ ਮਸਲੇ ਉਹ ਸੋਸ਼ਲ ਮੀਡੀਆ ਤੇ ਉਠਾ ਰਹੇ ਨੇ। ਬੱਲੇ ਬੱਲੇ ਹੋ ਰਹੀ ਹੈ ਕੇਜਰੀਵਾਲ ਸਾਹਿਬ ਦੀ। ਠੀਕ ਹੈ, ਤੁਹਾਡੇ ਲੀਡਰ ਨੇ, ਤੁਸੀਂ ਕਰ ਸਕਦੇ ਹੋ, ਪਰ ਇਹ ਮਸਲੇ ਉਹ ਸੋਸ਼ਲ ਮੀਡੀਆ ਤੇ ਪੰਜਾਬ ਦੇ ਮਸਲੇ ਵੀ ਤਾਂ ਉਠਾਉਣ। ਇਹ ਤੁਹਾਡੇ ਤੇ ਵੱਡਾ ਸਵਾਲ ਉੱਠ ਰਿਹਾ ਕਿ ਤੁਸੀਂ ਸਰਗਰਮੀ ਇੰਟਰਨੈਟ, ਸੋਸ਼ਲ ਮੀਡੀਆ ਤੇ ਬਹੁਤੀ ਨਹੀਂ ਦਿਖਾ ਰਹੇ। ਦੇਖੋ, ਬੜਾ ਸਪਸ਼ਟ ਹੈਗਾ ਕਿ ਸਾਡੇ ਜਿੰਨੇ ਲੀਡਰ ਨੇ, ਜਿਹੜੇ ਹਲਕਾ ਇੰਚਾਰਜ ਨੇ, ਜਾਂ ਸਾਡੇ ਜਿਹੜੇ ਹੈਗੇ ਨੇ ਐਮਐਲਏ ਸਾਹਿਬਾਨ ਨੇ, ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਪ੍ਰਧਾਨ ਨੇ, ਬਿਲਕੁਲ ਸਾਰੇ ਸਰਗਰਮ ਨੇਗੇ। ਪਰ ਲੇਕਿਨ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣਾਗਾ।
ਬੜਾ ਸਪਸ਼ਟ ਆ ਦਵਿੰਦਰ ਜੀ। ਜਦੋਂ ਕਿਤੇ ਜਾਂਦੇ ਆਗੇ ਲੋਕਾਂ ਦੇ ਇਕੱਠ ਹੋਣ ਲੱਗ ਜਾਂਦੇ ਨੇ, ਇਸ ਗੱਲ ਕਰਕੇ ਸੋਸ਼ਲ ਡਿਸਟੈਂਸ ਦਾ ਧਿਆਨ ਰੱਖ ਕੇ ਜਿਹੜਾ ਹੈਗਾ ਘੱਟ ਤੋਂ ਘੱਟ ਲੋਕਾਂ ਚਾਹੀਦਾ ਸਾਰੀਆਂ ਮੰਡੀਆਂ ਨੂੰ ਟੱਚ ਕਰਨਗੇ। ਚਾਹੇ ਮੈਂ ਆਪਦੇ ਹਲਕੇ ਦੀ ਗੱਲ ਕਰਦਾ, ਚਾਹੇ ਸਨਾਮ ਦੀ ਕਰਦਾ, ਚਾਹੇ ਤਲਵੰਡੀ ਸਾਬੋ ਦੀ ਕਰਦਾ, ਚਾਹੇ ਅੰਮ੍ਰਿਤਸਰ ਦੀ ਗੱਲ ਕਰਦੇ ਆ, ਸਾਰੇ ਹਲਕਿਆਂ ਸਾਡੇ ਲੀਡਰ ਸਾਹਿਬਾਨ ਜਾ ਰਹੇ ਨੇ। ਪਰ ਲੇਕਿਨ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਔਰ ਇਸ ਤੋਂ ਬਿਨਾਂ ਜਿੱਥੇ ਕਿਤੇ ਰਾਸ਼ਨ ਦੀ ਜ਼ਰੂਰਤ ਆ, ਸਾਡੀਆਂ ਡਿਊਟੀਆਂ ਲੱਗੀਆਂ ਨੇ, ਸਾਡੇ ਵਲੰਟੀਅਰਾਂ ਨੂੰ ਸਾਡੇ ਵੱਲੋਂ ਬਿਲਕੁਲ ਸਖਤ ਨਿਰਦੇਸ਼ ਨੇਗੇ ਕਿ ਜਿਹੜਾ ਤੁਹਾਡੇ ਗੁਆਂਢ ਦੇ ਵਿੱਚ ਰਹਿੰਦਾ, ਤੁਹਾਡੇ ਮਹੱਲੇ 'ਚ ਰਹਿੰਦਾ, ਤੁਹਾਡੇ ਬਾਹਰ 'ਚ ਰਹਿੰਦਾ, ਤੁਹਾਡੇ ਪਿੰਡ 'ਚ ਰਹਿੰਦਾ, ਜੇਕਰ ਉਹ ਕੋਈ ਭੁੱਖਾ ਵਿਅਕਤੀ ਆ, ਜੇਕਰ ਕਿਸੇ ਕੋਲੇ ਸਰਕਾਰ ਨੇ ਰਾਸ਼ਨ ਨਹੀਂ ਪਹੁੰਚਾਇਆ ਤਾਂ ਉਹ ਆਪਦੇ ਲੈਵਲ ਤੇ ਪਹੁੰਚਾਉਣ, ਬਿਲਕੁਲ ਇਹ ਜਾਰੀ ਆ। ਪਰ ਲੇਕਿਨ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਪਾਉਣ ਤੋਂ ਗੁਰੇਜ਼ ਕਰ ਰਹੇ ਹਾਂ, ਘੱਟ ਰਹੇ ਹਾਂ। ਕਿ ਉਹਦਾ ਕਾਰਨ ਕੀ ਆ ਕਿ ਜਿਹੜੀ ਮੁਕਾਬਲੇਬਾਜ਼ੀ ਦੀ ਦੌੜ ਨਹੀਂ ਹੈਗੀ, ਇਸ ਸਮੇਂ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਹੈਗਾ। ਬਿਲਕੁਲ ਇਸ ਸਮੇਂ ਮਨੁੱਖਤਾ ਦੀ ਸੇਵਾ ਕਰਨ ਦਾ ਸਮਾਂ ਗਾ। ਅਸੀਂ ਕੋਈ ਵਾਹਵਾ ਖੱਟਣ ਦੀ ਗੱਲ ਨਹੀਂ ਕਰਦੇ। ਅਸੀਂ ਸਿਰਫ ਤੇ ਸਿਰਫ ਜਿਹੜਾ ਹੈਗਾ ਬੜਾ ਸਪਸ਼ਟ ਹੈਗਾ ਕਿ ਇਸ ਮਹਾਮਾਰੀ ਦੇ ਦੌਰਾਨ ਜਿੰਨੀ ਕੁ ਲੋਕਾਂ ਦੀ ਮਦਦ ਹੋ ਸਕੇ, ਜੀ ਹੋ ਸਕੇ, ਉਹ ਕਰ ਰਹੇ ਹਾਂਗੇ। ਪਰ ਲੇਕਿਨ ਅਸੀਂ ਬਹੁਤ ਘੱਟ ਜਿਹੜੀਆਂ ਫੋਟੋਆਂ ਨੇਗੀਆਂ ਕੋਈ ਨਾ ਕੋਈ ਜਿਹੜਾ ਜਾਣੇ ਅਣਜਾਣੇ ਚ ਪਾਉਂਦਾ ਬੇਸ਼ੱਕ, ਪਰ ਸੋਸ਼ਲ ਮੀਡੀਆ ਤੇ ਬਹੁਤ ਘੱਟ ਜਾ ਰਿਹਾ। ਉਹਦਾ ਕਾਰਨ ਕੀ ਹੈ? ਕਿਸੇ ਨੂੰ 2 ਕਿਲੋ 10 ਕਿਲੋ ਜਾਂ 20 ਕਿਲੋ ਆਟਾ ਦੇ ਕੇ ਉਹਨੂੰ ਜਿਹੜਾ ਹੈਗਾ ਸ਼ੋਸ਼ਿਤ ਨਹੀਂ ਕਰਨਾ ਚਾਹੀਦਾ। ਉਹਦਾ ਮੈਂ ਸਮਝਦਾ ਉਹਦੀ ਫੋਟੋ ਨਹੀਂ ਪਾਉਣੀ ਚਾਹੀਦੀ ਕਦੇ ਵੀ। ਸੋ ਇਹ ਸਾਰੀਆਂ ਗੱਲਾਂ ਅਸੀਂ ਬਿਲਕੁਲ ਤੇ ਪਾਬੰਦ ਆ ਗਏ। ਪਰ ਲੇਕਿਨ ਜਿੱਥੇ ਮੰਡੀਆਂ ਦਾ ਸਵਾਲ ਆ, ਬਿਲਕੁਲ ਜਾ ਰਹੇ ਹਾਂਗੇ। ਇੱਥੇ ਵੀ ਪੰਜਾਬ ਸਰਕਾਰ ਗਲਤ ਕੰਮ ਕਰਦੀ ਹੈ, ਉਹਦਾ ਵਿਰੋਧ ਕਰਦੇ ਆ। ਜਿੱਥੇ ਪੰਜਾਬ ਸਰਕਾਰ ਸਹੀ ਕੰਮ ਕਰਦੇ ਆ, ਉਹਦੀ ਤਾਇਦ ਵੀ ਕਰਦੇ ਆ। ਬੜਾ ਸਪਸ਼ਟ ਆ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਕੈਪਟਨ ਸਾਹਿਬ ਨਾਲ ਮੀਟਿੰਗ ਹੋਈ ਸੀ, ਬੜਾ ਸਪਸ਼ਟ ਕਿਹਾ ਸੀਗਾ, ਕਿਉਂਕਿ ਉਸ ਮੀਟਿੰਗ ਦੇ ਵਿੱਚ ਭਗਵੰਤ ਮਾਨ ਜੀ ਵੀ ਸੀ, ਮੈਂ ਵੀ ਸੀਗਾ, ਔਰ ਬੜਾ ਸਪਸ਼ਟ ਸੀਗਾ ਸਾਡਾ ਕਿ ਕੈਪਟਨ ਸਾਹਿਬ ਨੂੰ ਸਾਡੀ ਸਪੋਰਟ ਆ। ਪਰ ਲੇਕਿਨ ਜੇ ਉਹ ਜਿੱਥੇ ਪੰਜਾਬ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਇੰਡਸਟਰੀਅਲਿਸਟ ਦਾ, ਛੋਟੇ ਕਿਸਾਨਾਂ ਦਾ, ਛੋਟੇ ਆਪਣਾ ਦੁਕਾਨਦਾਰਾਂ ਦਾ, ਜਾਂ ਛੋਟੇ ਜਿਹੜੇ ਰੋਜ਼ਾਨਾ ਕੰਮ ਕਰਨ ਵਾਲੇ ਮਜ਼ਦੂਰ ਨੇ, ਇੱਥੇ ਖਿਆਲ ਰੱਖੂਗਾ, ਅਸੀਂ ਨਾਲ ਆ। ਪਰ ਲੇਕਿਨ ਜਿੱਥੇ ਕਿਤੇ ਕੋਈ ਸਾਡੀ ਸੁਸਾਇਟੀ ਦਾ ਕੋਈ ਵੀ ਹਿੱਸਾ ਅਫੈਕਟਡ ਹੋਊਗਾ, ਕੋਈ ਵੀ ਹਿੱਸੇ ਜਿਹੜਾ ਹੈਗਾ ਕੋਈ ਵੀ ਸਰਕਾਰ ਦਾ ਫੈਸਲਾ ਘਾਤਕ ਹੋਊਗਾ, ਉਹਦਾ ਅਸੀਂ ਵਿਰੋਧ ਕਰਾਂਗੇ, ਉਹ ਕਰ ਵੀ ਰਹਾਂਗੇ। ਚਾਹੇ ਉਹ ਸ਼ਰਾਬ ਦੀ ਗੱਲ ਹੈ ਜਾਂ ਹੋਰ ਕਿਸੇ ਦੀ ਗੱਲ ਹੈ, ਸਾਰੀਆਂ ਗੱਲਾਂ ਦੇ ਉੱਤੇ ਲਗਾਤਾਰ ਲੱਗੇ ਹੋਇਆਂਗੇ। ਪਰ ਲੇਕਿਨ ਲਾਕਡਾਊਨ ਕਰਕੇ, ਕਰਫਿਊ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਸਾਨੂੰ ਵੀ ਕਰਨਾ ਪੈਂਦਾ, ਸਾਰਿਆਂ ਨੂੰ ਕਰਨਾ ਪੈ ਰਿਹਾ ਹੈਗਾ। ਚੀਮਾ ਜੀ, ਇਹ ਮੈਂ ਤੁਹਾਡੇ ਨਾਲ ਫਿਰ ਮੈਂ ਇੱਕ ਸਪੈਸੀਫਿਕ ਗੱਲ ਕਰ ਰਹੀ ਹਾਂ, ਇੱਕ ਖਾਸ ਮੁੱਦੇ ਤੇ ਕਿ ਵਾਢੀ ਦਾ ਸੀਜ਼ਨ ਹੈ, ਬਹੁਤ ਛੋਟਾ ਹੁੰਦਾ ਹੈ, ਹਾੜੀ ਦੀ ਰੁੱਤ। ਤੁਸੀਂ ਆਪ ਸਿਆਣੇ ਹੋ, ਤੁਸੀਂ ਤਾਂ ਉਸ ਹਲਕੇ ਨੂੰ ਜਿੱਥੇ ਖੇਤੀਬਾੜੀ ਪ੍ਰੋਮੀਨੈਂਟ ਹੁੰਦੀ ਹੈ, ਤੁਸੀਂ ਤਾਂ ਦੜਬਾ ਹਲਕੇ ਨੂੰ ਉਸ ਨਾਲ ਸੰਬੰਧਿਤ ਹੋ। ਮੈਂ ਇਹ ਕਹਿ ਰਹੀ ਹਾਂ ਕਿ ਇਸ ਵੇਲੇ ਆਮ ਲੋਕਾਂ ਨੇ ਜਿਹੜੇ ਜਿਨ੍ਹਾਂ ਨੂੰ ਕੋਈ ਪੱਕੀਆਂ ਨੌਕਰੀਆਂ ਨਹੀਂ ਮਿਲੀਆਂ ਹੋਈਆਂ, ਪੇਂਡੂ ਤਬਕਾ ਆ, ਮਜ਼ਦੂਰ, ਮੇਰੀ ਗੱਲ ਪੂਰੀ ਸੁਣ ਲਓ, ਤੇ ਉਹ ਸਾਰੇ ਖੇਤੀਬਾੜੀ ਤੋਂ ਹੀ ਉਹਨਾਂ ਨੇ ਇਸ ਵੇਲੇ ਸਾਰੇ ਸਾਲ ਲਈ ਅਨਾਜ ਜੋੜਨਾ ਹੁੰਦਾ ਹੈ। ਇਹੋ ਹੀ ਇੱਕ ਮੌਕਾ ਤੇ ਕਿਸਾਨਾਂ ਕੋਲੇ ਇਹ ਬਹੁਤ ਸੰਖੇਪ ਜਿਹਾ ਸਮਾਂ ਹੁੰਦਾ ਹੈ। ਅੱਗੋਂ ਫਿਰ ਮੀਂਹ ਆ ਜਾਣੇ ਨੇ ਤੇ ਅਗਲੀ ਫਸਲ ਬੀਜਣ ਦੀ ਵੀ ਤਿਆਰੀ ਹੋਣੀ ਹੈ। ਇਸ ਕਰਕੇ ਮੈਂ ਇਹ ਪੁੱਛ ਰਹੀ ਹਾਂ ਕਿ ਮੰਡੀਆਂ ਵਿੱਚ ਇਸ ਵੇਲੇ ਪਾਸਾਂ ਨੂੰ ਲੈ ਕੇ, ਕਣਕ ਦੀ ਢੁਆਈ ਲਈ ਜਿਹੜੇ ਟਰਾਲੀਆਂ ਲਈ ਪਾਸ ਮਿਲ ਰਹੇ ਨੇ ਉਹ ਬਹੁਤ ਸੀਮਤ ਮਿਲ ਰਹੇ ਨੇ। ਤੇ ਜੋ ਮਸਲੇ ਪਾਸ ਇਲਾਵਾ ਬਾਰਦਾਨੇ ਦੀਆਂ ਸਮੱਸਿਆਵਾਂ ਨੇ, ਫਸਲ ਚੁੱਕੀ ਨਹੀਂ ਜਾ ਰਹੀ। ਤੁਹਾਨੂੰ ਪਤਾ ਕੱਥੂ ਨੰਗਲ ਕੋਲੇ ਅੰਮ੍ਰਿਤਸਰ ਖੇਤਰ ਵਿੱਚ 3 ਦਿਨਾਂ ਤੋਂ ਕਿਸਾਨ ਧਰਨੇ ਤੇ ਬੈਠੇ ਨੇ, ਕਿਉਂਕਿ ਉੱਥੇ ਬਾਰਦਾਨਾ ਨਹੀਂ, ਹੋਰ ਚੀਜ਼ਾਂ ਨਹੀਂ ਹੈ। ਤੇ ਇਸ ਮਸਲੇ ਨੂੰ ਮੈਂ ਨਹੀਂ, ਇਹ ਮਸਲਾ ਸੋਸ਼ਲ ਮੀਡੀਆ ਤੇ ਕੋਈ ਬੱਲੇ ਬੱਲੇ ਲੈਣ ਵਾਲਾ ਨਹੀਂ ਹੈ। ਲੰਗਰਾਂ ਤੇ ਰਾਸ਼ਨ ਵੰਡਣ ਵਾਲੀਆਂ ਫੋਟੋਆਂ ਨਾ ਲਾਈਆਂ ਜਾਣ, ਉਹ ਠੀਕ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਪਰ ਇਹ ਮਸਲੇ ਤਾਂ ਸੋਸ਼ਲ ਮੀਡੀਆ ਤੇ ਪਾਏ ਜਾਣੇ ਬਣਦੇ ਨੇ। ਜਦੋਂ ਕਿ ਤੁਹਾਡੀ ਸਾਰਾ ਪੰਜਾਬ ਇਸ ਵੇਲੇ ਸੋਸ਼ਲ ਮੀਡੀਆ ਤੇ ਜੋ ਆਪ ਦੇ ਸਮਰਥਕ ਨੇ ਤੇ ਆਪ ਦੇ ਲੀਡਰ ਨੇ, ਉਹ ਕੇਜਰੀਵਾਲ ਦੀ ਤਾਰੀਫ ਵੀ ਤਾਂ ਕਰ ਰਹੇ ਨੇ, ਤੇ ਫਿਰ ਇਹ ਕੰਮ ਕਿਉਂ ਨਹੀਂ ਕਰ ਰਹੇ? ਮੈਂ ਤੁਹਾਨੂੰ ਫੇਰ ਕਹਿ ਰਹੀ ਹਾਂ ਕਿ ਸਾਨੂੰ ਸੋਸ਼ਲ ਮੀਡੀਆ ਤੇ ਪੰਜਾਬ ਦੇ ਮੰਡੀਆਂ ਦੀਆਂ ਸਮੱਸਿਆਵਾਂ, ਆਮ ਕਿਸਾਨਾਂ, ਮਜ਼ਦੂਰਾਂ ਦੀਆਂ, ਪਿੰਡਾਂ ਦੀਆਂ, ਛੋਟੇ ਸ਼ਹਿਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਰਗਰਮ ਨਜ਼ਰ ਨਹੀਂ ਆ ਰਹੀ। ਮੇਰਾ ਸਵਾਲ ਇਹ ਹੈ ਸਪੈਸੀਫਿਕਲੀ। ਦਵਿੰਦਰ ਜੀ, ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਨੇਗੇ, ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ, ਮੇਰੇ ਵੱਲੋਂ, ਅਮਨ ਅਰੋੜਾ ਜੀ ਵੱਲੋਂ, ਪ੍ਰਿੰਸੀਪਲ ਬੁੱਧਰਾਮ ਜੀ ਵੱਲੋਂ, ਬਲਜਿੰਦਰ ਕੌਰ ਵੱਲੋਂ, ਸਾਰੇ ਜਿੰਨੇ, ਕੁਲਤਾਰ ਸਿੰਘ ਸੰਧਵਾ ਵੱਲੋਂ, ਸਰਬਜੀਤ ਕੌਰ ਮਾਣੂਕੇ ਜੀ, ਜਿੰਨੇ ਸਾਡੇ MLA ਸਾਹਿਬਾਨ ਨੇ ਪੰਜਾਬ ਦੇ, ਸਾਰੇ ਵੱਖ-ਵੱਖ ਤੌਰ ਤਰੀਕਿਆਂ ਦੇ ਨਾਲ, ਵੱਖ-ਵੱਖ ਤਰੀਕਿਆਂ ਦੇ ਨਾਲ ਪੰਜਾਬ ਸਰਕਾਰ ਨੂੰ ਡੇਲੀ ਕੋਈ ਨਾ ਕੋਈ ਸਾਡਾ ਲੀਡਰ ਸਾਹਿਬਾਨ ਆ ਜਿਹੜਾ ਹੈਗਾ ਆਪਦਾ ਕੀ ਹੁੰਦਾ ਲੈਟਰ ਪਾ ਰਹੇ ਹਾਂ। ਲੈਟਰ ਪਾ ਕੇ ਜਮਾ ਦਿਖਾ ਰਹੇ ਹਾਂ ਵੀ ਆਹ ਸਮੱਸਿਆਵਾਂ ਕਿਸਾਨ ਦੀਆਂ ਨੇਗੀਆਂ, ਆਹ ਮਜ਼ਦੂਰ ਦੀਆਂ ਨੇਗੀਆਂ, ਆਹ ਦੁਕਾਨਦਾਰ ਦੀਆਂ ਨੇਗੀਆਂ, ਆੜ੍ਹਤੀਆਂ ਦੀਆਂ ਨੇਗੀਆਂ, ਇੰਡਸਟਰੀਅਲਿਸਟ ਦੀ ਜਿਹੜੀ ਸਮੱਸਿਆ, ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇਗੀਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਦੇ ਧਿਆਨ ਚ ਲਿਆ ਰਹੇ ਪਰ ਲੇਕਿਨ ਉਹ ਉਹਨਾਂ ਦਾ ਕੰਮ ਕਰਨ ਦਾ ਆਪਦਾ ਤਰੀਕਾ, ਕੋਈ ਆਪਦੇ ਤਰੀਕੇ ਨਾਲ ਕੰਮ ਕਰ ਰਹੇ ਨੇ। ਪਰ ਲੇਕਿਨ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋ ਰਹੀ ਹੈ ਕਿ ਜਿਹੜਾ ਹੈਗਾ ਇਹ ਪੰਜਾਬ ਸਰਕਾਰ ਦੇ ਧਿਆਨ ਦੇ ਵਿੱਚ ਸਾਰੇ ਮਸਲੇ ਲਿਆਂਦੇ ਜਾਣ। ਜਿਹੜੇ ਮਸਲੇ ਮੈਂ ਸਮਝਦਾ ਕਿ ਅੱਜ ਕਿਸਾਨਾਂ
ਦੇ ਨੇਗੇ, ਚਾਹੇ ਆੜਤੀਆਂ ਦੇ ਨੇ, ਚਾਹੇ ਮਜ਼ਦੂਰਾਂ ਦੇ ਨੇ, ਚਾਹੇ ਦੁਕਾਨਦਾਰਾਂ ਦੇ ਨੇਗੇ, ਸਾਰੇ ਬਾਖੂਬੀ ਧਿਆਨ ਚ ਲਿਆ ਰਹੇ ਹਾਂਗੇ। ਔਰ ਲਗਾਤਾਰ ਸਾਡੀ ਜਿਹੜੀ ਆ ਇਹ ਬਣੀ ਹੋਈ ਆ, ਪਹੁੰਚ ਬਣੀ ਹੋਈ ਆ ਕਿ ਸਰਕਾਰ ਨੂੰ ਹਰ ਮਾਮਲਾ ਚਾਹੇ ਉਹ ਜਿਵੇਂ ਤੁਸੀਂ ਕਿਹਾ ਸੋਸ਼ਲ ਮੀਡੀਆ ਦੇ ਰਾਹੀਂ, ਕਿਉਂਕਿ ਚਾਹੇ ਟਵਿੱਟਰ ਦੇ ਜਰੀਏ दिन ਦੇ ਵਿੱਚ ਕਈ ਵਾਰ ਅਸੀਂ ਟਵਿੱਟਰ ਦਾ ਪ੍ਰਯੋਗ ਕਰਦੇ ਹਾਂ ਤਾਂ ਕਿ ਸੀਐਮ ਸਾਹਿਬ ਦੇ ਇਮੀਡੀਏਟਲੀ ਮਾਮਲਾ ਧਿਆਨ ਚ ਆ ਜਾਏ, ਪਰ ਲੇਕਿਨ ਇਹ ਦੇਖਣਾ ਕਿਵੇਂ ਕੰਮ ਕਰਨਾ। ਪਰ ਸਾਡਾ ਅਸੀਂ ਪੂਰੀ ਆਪਦੀ ਬਾਹੋ ਜਾ ਲਾ ਰੱਖੀ ਆ, ਆਪਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਰਕਾਰ ਕੋਲ ਸਾਰੇ ਮਾਮਲੇ ਪਹੁੰਚਣ। ਹਾਂ ਚੀਮਾ ਜੀ, ਨਾਲ ਦੀ ਨਾਲ ਕਿਸਾਨਾਂ ਨੂੰ ਹਾੜੀ ਸਮੇਟ ਕੇ ਨਰਮਾ ਬੀਜਣ ਲਈ ਬੀਜ BT ਕਾਟਨ ਦਾ ਬੀਜ ਵੀ ਚਾਹੀਦਾ ਹੋਏਗਾ ਤੇ ਉਹਨਾਂ ਨੇ ਸਰੋਂ ਵੀ ਬੀਜਣੀ ਹੋਏਗੀ ਤੇ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਨੂੰ ਪਾਣੀ ਚਾਹੀਦਾ ਹੋਏਗਾ। ਤੇ ਆਪਣੀਆਂ ਨਹਿਰਾਂ, ਜਿਹੜੀ ਮਾਲਵਾ ਬੈਲਟ ਹੈ, ਮਾਲਵਾ ਪੱਟੀ ਹੈ, ਉੱਥੇ ਨਹਿਰੀ ਪਾਣੀ ਲੱਗਦਾ ਹੈ ਤੇ ਨਹਿਰਾਂ ਦੀ ਤਾਂ ਹਾਲੇ ਸਫਾਈ ਦਾ ਵੀ ਸਿਲਸਿਲਾ ਨਹੀਂ ਚੱਲਿਆ। 25 ਤੋਂ ਸਰਕਾਰ ਦਾ ਪ੍ਰੋਗਰਾਮ ਹੈ ਨਹਿਰਾਂ 'ਚ ਪਾਣੀ ਛੱਡਣ ਦਾ, ਪਰ ਹਾਲੇ ਨਜ਼ਰ ਨਹੀਂ ਆਉਂਦਾ ਕਿ ਪਾਣੀ ਛੱਡਿਆ ਜਾਏਗਾ। ਇਹਦੇ ਬਾਰੇ ਤੁਸੀਂ ਕੀ ਸਰਗਰਮੀ ਦਿਖਾ ਰਹੇ ਹੋ? ਦੇਖੋ, ਅਸੀਂ ਜਦੋਂ ਆਲ ਪਾਰਟੀ ਮੀਟਿੰਗ ਹੋਈ ਸੀ ਕਿ ਬਿਲਕੁਲ ਜਿਹੜਾ ਝੋਨੇ ਦਾ ਸੀਜ਼ਨ ਜਾਂ ਆਪਾਂ ਨਰਮੇ ਦਾ ਸੀਜ਼ਨ ਆਉਣਾਗਾ, ਇਹਦੇ ਬੜੇ ਬਾਖੂਬੀ ਅਸੀਂ ਕੱਲੀ ਗੱਲ ਰੱਖੀ ਸੀ ਔਰ ਕੈਪਟਨ ਸਾਹਿਬ ਨੂੰ ਕਿਹਾ ਸੀ ਕਿ ਸਾਡੇ ਸੁਝਾਅ ਨੇ, ਚਾਹੇ ਉਹ ਨਰਮੇ ਦੀ ਗੱਲ ਨੂੰ, ਕਿਉਂਕਿ ਜੇਕਰ ਅਸੀਂ ਨਰਮੇ ਦਾ ਰਕਬਾ ਝੋਨੇ ਦਾ ਰਕਬਾ ਘਟਾਉਨੇ ਆ ਤਾਂ ਨਰਮੇ ਦਾ ਰਕਬਾ ਵੱਧਾਗਾ। ਔਰ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਸਪੈਸ਼ਲ ਇਨਸੈਂਟਿਵ ਜਿਹੜਾ ਹੈਗਾ ਉਹ ਕਿਸਾਨਾਂ ਨੂੰ ਦੇਵੇ ਤਾਂ ਕਿ ਨਰਮੇ ਦੀ ਜਿਹੜੀ ਆ ਉਹਦੇ ਲੋਕ ਵੱਧ ਤੋਂ ਵੱਧ ਨਰਮਾ ਬੀਜਣ ਔਰ ਜਾਂ ਦੂਜੀਆਂ ਫਸਲਾਂ ਨੇ ਜਿਹੜੀਆਂ ਉਹ ਸਾਰੀਆਂ ਫਸਲਾਂ ਬੀਜਣ ਤਾਂ ਕਿ ਜਿਹੜਾ ਕਿਤੇ ਪਾਣੀ ਦਾ ਬਚਾਅ ਹੋ ਸਕਦਾ। ਔਰ ਦੂਜਾ ਜਿਹੜਾ ਪ੍ਰਵਾਸੀ ਮਜ਼ਦੂਰ ਸਾਡੇ ਆ ਕੇ ਇੱਥੇ ਪੰਜਾਬ 'ਚ ਝੋਨਾ ਲਾਉਂਦੇ ਸੀਗੀ, ਉਹਦੀ ਕਿਉਂਕਿ ਘਾਟ ਮਹਿਸੂਸ ਹੋਣੀ ਹੈ, ਨੈਚੁਰਲੀ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਮਜ਼ਦੂਰ ਸੀ ਚਲੇ ਗਏ ਔਰ ਸਾਡੇ ਕੋਲ ਅਵੇਲੇਬਲ ਨਹੀਂ ਹੈਗੇ। ਸੋ ਮੈਂ ਸਮਝਦਾ ਇਹਦੇ ਬਾਰੇ ਅਸੀਂ ਸਾਰੇ ਸੁਝਾਅ ਦਿੱਤੇ, ਹੁਣ ਵੀ ਤੁਹਾਡੇ ਜਰੀਏ ਵੀ ਸੁਝਾਅ ਨੇ ਸਾਡੇ ਕਿ ਪੰਜਾਬ ਦੇ ਵਿੱਚ ਨਰਮੇ ਦੀ ਜਿਹੜੀ ਫਸਲ ਆ, ਬੇਸ਼ੱਕ ਕੈਪਟਨ ਸਾਹਿਬ ਨੇ ਐਲਾਨ ਕੀਤਾ ਗਿਆ ਕਿ ਨਰਮੇ ਦਾ ਰਕਬਾ ਜਿਹੜਾ ਹੈਗਾ ਉਹ ਵਧਾਇਆ ਜਾਊਗਾ, ਪਰ ਲੇਕਿਨ ਉਹਦੇ ਲਈ ਹਜੇ ਤੱਕ ਸਰਕਾਰ ਨੇ ਪ੍ਰਬੰਧ ਬਿਲਕੁਲ ਤੁਹਾਡੀ ਗੱਲ ਜਾਇਜ਼ ਨਹੀਂ ਕੀਤੇ। ਹਜੇ ਤੱਕ ਜਿਹੜੀ ਨਹਿਰਾਂ ਸਾਫ਼ ਨਹੀਂ ਕੀਤੀਆਂ, ਹਜੇ ਤੱਕ ਜਿਹੜਾ ਹੈਗਾ ਛੋਟੇ ਕੱਸੀਆਂ ਸੂਏ ਉਹ ਨਹੀਂ ਸਾਫ਼ ਕੀਤੇ ਹੈਗੇ। ਹਜੇ ਤੱਕ ਬਹੁਤ ਵੱਡੀ ਸਮੱਸਿਆ ਹੈਗੀ। ਸਰਕਾਰ ਨੇ, ਮੈਂ ਇਹ ਸਮਝ ਰਿਹਾ ਦਵਿੰਦਰ ਜੀ, ਵੀ ਕਿਤੇ ਨਾ ਕਿਤੇ ਸਰਕਾਰ ਕੋਲੇ ਕੈਪਟਨ ਸਾਹਿਬ ਜਿਹੜੇ ਕਿ ਪੰਜਾਬ ਦੇ ਖੇਤੀਬਾੜੀ ਮਿਨਿਸਟਰ ਵੀ ਨੇ, ਉਹਨਾਂ ਕੋਲੇ ਪੰਜਾਬ ਦੇ ਖੇਤੀਬਾੜੀ ਮਹਿਕਮੇ ਨੂੰ ਚਲਾਉਣ ਦੇ ਲਈ ਕੋਈ ਉਹਨਾਂ ਨੇ ਰੋਡ ਮੈਪ ਨਹੀਂ ਤਿਆਰ ਕੀਤਾ ਕਿ ਆ ਜਿਹੜਾ ਕਰੋਨਾ ਮਹਾਮਾਰੀ ਦਾ ਮਹਾਮਾਰੀ ਚੱਲ ਰਹੀ ਹੈ, ਇਹਦੇ ਦੌਰਾਨ ਜਿਹੜਾ ਹੈਗਾ ਕੀ ਰੋਡ ਮੈਪ ਆ, ਕਿਵੇਂ ਜਿਹੜੀਆਂ ਅਸੀਂ ਫਸਲਾਂ ਦੀ ਬਿਜਾਈ ਕਰਾਂਗੇ, ਕਿਵੇਂ ਅਸੀਂ ਫਸਲਾਂ ਦਾ ਮੰਡੀਕਰਨ ਕਰਾਂਗੇ, ਕਿਵੇਂ ਅਸੀਂ ਕਿਸਾਨਾਂ ਨੂੰ ਪੇਮੈਂਟ ਕਰਾਂਗੇ। ਇਹਦੇ ਤੇ ਹਜੇ ਤੱਕ ਸਰਕਾਰ ਨੇ, ਮੈਂ ਸਮਝਦਾ, ਕੋਈ ਜ਼ਿਆਦਾ ਅੱਛੇ ਕਦਮ ਨਹੀਂ ਚੁੱਕੇ। ਬੇਸ਼ੱਕ ਮਾੜੇ ਮੋਟੇ ਕਦਮ ਚੁੱਕੇ ਨੇਗੇ, ਪਰ ਲੇਕਿਨ ਅੱਛੀ ਤਰੀਕੇ ਸਰਕਾਰ ਦੀ ਕੋਈ ਤਿਆਰੀ ਨਹੀਂ। ਬਾਰ-ਬਾਰ ਸਾਡੇ, ਕਿਉਂਕਿ ਆਲ ਪਾਰਟੀ ਮੀਟਿੰਗ ਸੀਗੀ, ਉਸ ਮੀਟਿੰਗ ਸੁਝਾਅ ਦਿੱਤੇ ਨੇਗੇ, ਜਾਂ ਅਸੀਂ ਜਿਹੜਾ ਜਿਵੇਂ ਤੁਸੀਂ ਪਹਿਲਾਂ ਕਿਹਾ ਸੋਸ਼ਲ ਮੀਡੀਆ ਦੇ ਸੁਝਾਅ ਦੇ ਰਹੇ ਹਾਂ, ਜਾਂ ਅਸੀਂ ਲੈਟਰ ਲਿਖ ਕੇ ਸੁਝਾਅ ਦੇ ਰਹੇ ਹਾਂਗੇ, ਕਿਉਂਕਿ ਇਸ ਸਮੇਂ ਹੋਰ ਕੋਈ ਤਰੀਕਾ ਨਹੀਂ ਅਪਣਾਇਆ ਜਾ ਸਕਦਾਗਾ। ਸੋ ਇਸ ਗੱਲ ਕਰਕੇ ਸਾਰੇ ਸੁਝਾਅ ਅਸੀਂ ਕੈਪਟਨ ਸਾਹਿਬ ਨੂੰ ਦੇ ਰਹੇ ਹਾਂ, ਪਰ ਲੇਕਿਨ ਬੜੀ ਹੈਰਾਨੀ ਦੀ ਗੱਲ ਆ ਕਿ ਕੈਪਟਨ ਸਾਹਿਬ ਜਿਹੜੇ ਕਿ ਖੇਤੀਬਾੜੀ ਮਿਨਿਸਟਰ ਨੇਗੇ ਪੰਜਾਬ ਦੇ, ਉਹਨਾਂ ਦਾ ਬਿਲਕੁਲ ਵੀ ਜਿਹੜੀ ਆ ਉਹ ਕੋਈ ਖੇਤੀਬਾੜੀ ਵੱਲ ਕੋਈ ਧਿਆਨ ਨਹੀਂ ਹੈਗਾ। ਇਹਦੇ ਵਿੱਚ ਕਈ ਵਾਰ ਉਹ ਯੂ ਟਰਨ ਮਾਰਦੇ ਨੇ, ਕਈ ਵਾਰ ਆਪਣੇ ਬਿਆਨ ਬਦਲਦੇ ਰਹਿੰਦੇ ਨੇਗੇ, ਚਾਹੇ ਉਹ ਐਜੂਕੇਸ਼ਨ ਦੀ ਗੱਲ ਆ ਜਾਂ ਹੋਰ ਬਹੁਤ ਸਾਰੇ ਮਸਲਿਆਂ ਦੀ ਗੱਲ ਆ, ਉਹ ਲਗਾਤਾਰ ਆਪਦਾ ਜਿਹੜਾ ਹੈਗਾ ਟਰੈਕ ਚੇਂਜ ਕਰਦੇ ਰਹਿੰਦੇ, ਕਿਉਂਕਿ ਉਹਨਾਂ ਕੋਲ ਇੱਕ ਲੌਂਗ ਟਰਮ ਦਾ ਜਿਹੜਾ ਪਲਾਨ ਆ ਉਹ ਨਹੀਂ ਹੈਗਾ। ਇਹੀ ਕਾਰਨ ਆ ਕਿ ਉਹ ਆਪਦਾ ਪੁਖਤਾ ਸਟੈਪ ਨਹੀਂ ਲੈ ਰਹੇ। ਨਹੀਂ, ਤੁਸੀਂ ਕਹਿ ਰਹੇ ਹੋ ਕਿ ਇਹ ਸਰਕਾਰ ਨੂੰ ਕਰਨਾ ਚਾਹੀਦਾ ਹੈ, ਤੇ ਮੈਂ ਸ਼ੁਰੂ ਵਿੱਚ ਹੀ ਕਹਿ ਚੁੱਕੀ ਹਾਂ ਕਿ ਅਸਲ ਵਿੱਚ ਵਿਰੋਧੀ ਧਿਰ ਨੇ ਜੇ ਇੱਕ ਮਜ਼ਬੂਤ, ਸਮਰੱਥ ਤੇ ਵਿਉਂਤਬੰਦੀ ਵਾਲੀ ਵਿਰੋਧੀ ਧਿਰ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਉਰਾਂ ਪਰਾਂ ਹਿੱਲ ਸਕਦੀ ਹੈ, ਜਾਂ ਸਰਕਾਰ ਦੀ ਮਜਬੂਰੀ ਹੋ ਜਾਂਦੀ ਹੈ ਕੰਮ ਕਰਨਾ। ਤੇ ਕਿਧਰੇ ਕੀ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਬਿਹਾਫ ਤੇ ਵੀ ਢਿੱਲ ਮੱਠ ਰਹੀ ਹੈ? ਜਿਸ ਤਰ੍ਹਾਂ ਹੁਣ ਤੁਹਾਡੇ ਕੋਲੇ ਤੁਸੀਂ ਇਹ ਕਹਿ ਰਹੇ ਹੋ ਕਿ ਸਰਕਾਰ ਨੂੰ ਇਹ ਕਰਨਾ ਚਾਹੀਦਾ, ਮੇਰਾ ਖਿਆਲ ਹੈ ਗੱਲ ਅੰਕੜਿਆਂ ਨਾਲ ਨਹੀਂ ਹੋਣੀ ਚਾਹੀਦੀ। ਤੁਹਾਡੇ ਕੋਲੇ ਸ਼ਾਇਦ ਇਹ ਅੰਕੜੇ ਚਾਹੀਦੇ ਸਨ, ਹੋਣੇ ਚਾਹੀਦੇ ਸੀ ਕਿ ਇੰਨਾ ਪੈਸਾ ਇਸ ਵੇਲੇ ਆੜਤੀਆਂ ਦੇ ਜਾਂ ਕਿਸਾਨਾਂ ਨੂੰ ਦੇ ਖਾਤਿਆਂ ਵਿੱਚ ਆ ਚੁੱਕਿਆ, ਇੰਨਾ ਪੈਸਾ ਭੁਗਤਾਨ ਹੋ ਚੁੱਕਿਆ ਫਸਲ ਦਾ, ਜਾਂ ਕਿੰਨੀ ਤਰੀਕ BT ਕਾਟਨ ਦੀ ਬਿਜਾਈ ਸ਼ੁਰੂ ਹੋ ਰਹੀ ਹੈ ਤੇ ਨਹਿਰਾਂ ਦੇ ਸਫਾਈ, ਇਹ ਸਾਰੇ ਬਾਰੇ ਤੁਸੀਂ ਵੀ, ਮੈਨੂੰ ਲੱਗਦਾ ਤੁਹਾਨੂੰ ਜ਼ਿਆਦਾ ਕੰਮ ਕਰਨ ਦੀ ਲੋੜ ਨਹੀਂ ਸੀ ਵਿਰੋਧੀ ਧਿਰ ਦੇ ਆਗੂ ਵਜੋਂ। ਦੇਖੋ ਜੀ, ਬਿਲਕੁਲ ਤੁਹਾਡੀ ਗੱਲ ਜਾਇਜ਼ ਆ, ਪਰ ਲੇਕਿਨ ਜਿਹੜਾ ਹੁਣ ਸਿਚੁਏਸ਼ਨ ਜਿਹੜੀ ਬਣੀ ਹੋਈ ਆ, ਹੁਣ ਕਈ ਐਂਗਲਾਂ ਤੋਂ ਕੰਮ ਕਰਨਾ ਪੈਂਦਾ। ਬਹੁਤ ਜਗ੍ਹਾ ਤੇ ਜਿੱਥੇ ਰਾਸ਼ਨ ਨਹੀਂ ਪਹੁੰਚ ਰਿਹਾ ਉੱਥੇ ਵੀ ਜਾਣਾ ਪੈਂਦਾ, ਜਿੱਥੇ ਮੰਡੀਆਂ 'ਚ ਜਿਹੜੀ ਆ ਲਿਫਟਿੰਗ ਨਹੀਂ ਹੋ ਰਹੀ ਜਾਂ ਬੋਲੀ ਨਹੀਂ ਲੱਗ ਰਹੀ ਉੱਥੇ ਵੀ ਜਾਣਾ ਪੈ ਰਿਹਾ। ਸਮਾਂ ਬਿਲਕੁਲ ਘੱਟ ਹੈਗਾ ਔਰ ਸਾਧਨ ਸੀਮਤ ਨੇਗੇ, ਸਾਧਨ ਬੜੇ ਸੀਮਤ ਨੇਗੇ, ਕਿਉਂਕਿ ਸਾਰੇ ਜਿਹੜੇ ਸਾਡੇ ਨਾਲ ਕੰਮ ਕਰਦੇ ਨੇਗੇ, ਚਾਹੇ ਸਾਡੇ ਟੈਕਨੀਕਲ ਟੀਮਾਂ 'ਚ ਨੇ ਜਾਂ ਦਫ਼ਤਰਾਂ 'ਚ ਕੰਮ ਕਰਦੇ, ਸਾਰੇ ਅੱਜ ਜਿਹੜੇ ਵਿਅਕਤੀ ਨੇਗੇ ਉਹ ਆਪਣੇ ਘਰਾਂ 'ਚ ਬੈਠੇ ਨੇਗੇ। ਔਰ ਬਹੁਤ ਵੱਡੀ ਜਿਹੜੀ ਦਿੱਕਤ ਆ ਰਹੀ ਆ,
पर लेकिन फिर भी जिन्ना सातों हो रहा अपनी क्षमता के मुताबिक अपने जोर के मुताबिक कर रहे हैं, लगातार लगे हुए सरकार नूं हर मामले ते जिहड़ी आ अपनी पार्टी की अप्रोच, लोगों के किसानों के मसलियां की गल, दुकानदारों के मसलियां की गल, मजदूरों के मसलियां की गल, सारी मसले जिहड़े हैगे ने बाखूबी निभा रहे। काम करना तो दविंदर जी सरकार का काम होता, जो सरकार नहीं करूगी तो लोग 5 साल बाद सरकार बदल देंगे, सरकार तां ही बदल देंगे जेकर विरोधी तरह की गल सरकार सुनती नहीं, जेकर विरोधी तरह की गल बदल नहीं दिंदी हैगी तां जाके लोग जिहड़े हैगे ने 5 साल बाद सरकार इसे कारण बदल देंगे। पर लेकिन मैं समझदा गा हुण लॉकडाउन का जिहड़ा कर्फ्यू का सहारा लैके कैप्टन साहब अपने दिन निकाल रहे हैं और किसी मामले ते चाहे जिन्नियां भी विरोधी तरह ने किसी का कोई पक्ष नहीं सुनिया जा रहा। तुसीं इस वेले किहड़ी मंडी चो? मैं इस वेले दड़बा मंडी च बैठा जी, दड़बा मंडी जाके आया और उत्थे बारदाने की समस्या की बारदाने की समस्या की मेरी जिहड़े साडे संगरूर के इंचार्ज ने उन्होंने भी गल हुई आ, जिहड़े मंडी देख रहे हैं संगरूर जिले की, बारदाने की समस्या की, लिफ्टिंग की समस्या की और सब तो बड़ी गल है कि पेमेंट की समस्या की। अजे तक सरकार ने पेमेंट जिहड़ी आ वो खात्यां च पाउणी स्टार्ट नहीं की। नहीं हरपाल सिंह जी, की पैसा बिल्कुल ही खात्यां च नहीं आया जां कुछ आया थोड़ा बिल्कुल मोटा जी। आया ते बारदाना देखो बिल्कुल जिन्ने नहीं भी आया? मैनू जिन्ने भी नहीं आरती साहबान मिले नेगे उन्होंने कहा भी साडे खात्यां च अजे पैसा नहीं आया, जे नहीं उन्होंने तुहाडे खात्यां च इस आऊगा जी ਇਸ ਵਿੱਚ ਕਿਸਾਨਾਂ ਨੂੰ ਢੋ ਢੁਆਈ ਕਰਨ ਲਈ ਫਸਲ ਦੀ ਖੇਤਾਂ ਚੋਂ ਮੰਡੀ ਤੱਕ ਲਿਆਉਣ ਲਈ ਪਾਸਾਂ ਦੀ ਕਿੰਨੀ ਕੁ ਦਿੱਕਤ ਹੈ? देखो पासां की दिक्कत हैगी आ, पर लेकिन क्योंकि कई जिहड़े हैगे ने कि कईयां कोल तां बिल्कुल पासां की कोई प्रॉब्लम नहीं कई जगह ते, पर लेकिन कई जगह ते बहुत बड़ी प्रॉब्लम आ क्योंकि किसान ने जिहदे कोल 15 एकड़ जां 20 एकड़ जां 25 एकड़ जमीन आ उन्हें फसल सारी अपनी घरे लिया के रख ली, पर लेकिन मंडी च जाण लई उन्हें एक पास मिलता, फिर 3 दिनों बाद एक पास मिलता, ਉਹਨੂੰ ਲੇਬਰ ਦੀ ਵੀ ਸਮੱਸਿਆ ਹੁੰਦੀ ਕਿਉਂਕਿ ਲੇਬਰ ਜਦੋਂ ਇੱਕ ਵਾਰ ਇੱਕ ਪਰਿਵਾਰ ਨਾਲ ਜੁੜ ਜਾਂਦੀ ਹੈ ਜਾਂ ਕਿਸਾਨ ਨਾਲ ਜੁੜ ਜਾਂਦੀ ਹੈ ਉਹਦਾ ਕੰਮ ਨਿਪਟਾ ਕੇ ਅੱਗੇ ਜਾਂਦੀ ਆ। ਹੁਣ ਜਿਹੜੀ ਬਾਰ-ਬਾਰ ਕਿਸਾਨ ਨੂੰ ਵੀ ਜਿਹੜੀ ਲੇਬਰ ਚੇਂਜ ਕਰਨੀ ਪੈਂਦੀ ਹੈ, ਉਸ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਸਰਕਾਰ ਨੂੰ ਚਾਹੀਦਾ ਸੀਗਾ, ਅਸੀਂ ਪਹਿਲਾਂ ਵੀ ਸਾਡੇ ਵਿਧਾਇਕ ਅਮਨ ਅਰੋੜਾ ਜੀ ਨੇ ਵੀ ਚਿੱਠੀ ਲਿਖੀ ਸੀਗੀ, ਭਗਵੰਤ ਮਾਨ ਜੀ ਨੇ ਵੀ ਲਿਖੀ ਸੀ ਔਰ ਮੈਂ ਵੀ ਪਾਰਟੀ ਚ ਕਿਹਾ, ਮੀਟਿੰਗ ਚ ਕਿਹਾ ਸੀਗਾ ਕਿ ਜਿਹੜਾ ਇਹ ਪਾਸਾਂ ਦਾ ਸਿਲਸਿਲਾ ਗਾ ਇਹਨੂੰ ਕਿਸ ਤਰ੍ਹਾਂ ਢੰਗ ਨਾਲ ਬਣਾਈਏ ਤਾਂ ਕਿ ਜਿਹੜਾ ਕਿਸਾਨ ਇੱਕ ਵਾਰ ਆ ਗਿਆ ਉਹ ਆਪਣੀ ਪੂਰੀ ਫਸਲ ਜਿਹੜੀ ਆ ਵੇਚ ਕੇ ਜਾਵੇ। ਪਰ ਲੇਕਿਨ ਮੈਂ ਸਮਝਦਾ ਸਰਕਾਰ ਦਾ ਇਹ ਜਿਹੜਾ ਪਾਸਾਂ ਵਾਲਾ ਮੈਕੈਨਿਜ਼ਮ ਆ ਬਿਲਕੁਲ ਫੇਲ ਹੋਇਆਗਾ। ਨਹੀਂ ਜਿਹੜੀਆਂ ਤੁਸੀਂ ਇਹ ਅਮਨ ਅਰੋੜਾ ਹੋਰਾਂ ਨੇ, ਭਗਵੰਤ ਮਾਨ ਹੋਰਾਂ ਨੇ ਚਿੱਠੀਆਂ ਲਿਖੀਆਂ ਸੀ, ਉਹਨਾਂ ਦਾ ਕੋਈ ਤੁਹਾਨੂੰ ਜਵਾਬ ਮਿਲਿਆ ਉਹਨਾਂ ਵੱਲੋਂ? ਕੋਈ ਜਵਾਬ ਨਹੀਂ ਦਵਿੰਦਰ ਜੀ ਆਉਂਦਾ ਹੈਗਾ। ਜਿੰਨੀਆਂ ਮਰਜ਼ੀ ਜਿਹੜੇ ਲੈਟਰ ਨੇ ਤਕਰੀਬਨ ਹਰ ਰੋਜ਼ ਚੌਥੇ ਦਿਨ ਅਸੀਂ ਪਾਉਂਦੇ ਰਹਿਣੇ ਆ, ਕੈਪਟਨ ਸਾਹਿਬ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦਿੰਦੇ ਹੈਗੇ। ਜਦੋਂ ਵੀ ਆਲ ਪਾਰਟੀ ਮੀਟਿੰਗ ਹੋਈ ਸੀ ਉਦੋਂ ਵੀ ਸਾਰੇ ਸੁਝਾਅ ਜਿਹੜੇ ਅੱਜ ਮੈਂ ਤੁਹਾਡੇ ਚੈਨਲ ਤੇ ਬੋਲ ਰਿਹਾ ਇਹ ਸਾਰੇ ਸੁਝਾਅ, ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਸੁਝਾਅ ਜਿਹੜੇ ਹੈਗੇ ਨੇਗੇ ਸਾਡੇ ਵੱਲੋਂ ਰੱਖੇ ਸੀਗੇ ਔਰ ਪੰਜਾਬ ਦੇ ਲੋਕਾਂ ਦੇ ਜਿਹੜੀ ਗਰਾਊਂਡ ਰਿਐਲਿਟੀ ਜਿਹੜੀ ਹੈਗੀ ਉਹ ਰੱਖੀ ਸੀਗੀ। ਪਰ ਲੇਕਿਨ ਕੈਪਟਨ ਸਾਹਿਬ ਦੇ ਕੰਨਾਂ ਤੇ ਬਿਲਕੁਲ ਜੂੰ ਨਹੀਂ ਸਰਕ ਰਹੀ। ਉਹਦਾ ਕਾਰਨ ਕੀ ਹੈ ਕਿ ਉਹ ਉਹਦਾ ਬੈਨੀਫਿਟ ਲੈ ਰਹੇ ਨੇ ਲੋਕਡਾਊਨ ਦਾ, ਕਰਫਿਊ ਦਾ। ਅੱਜ ਕਿਸਾਨਾਂ ਦੀਆਂ ਜਿੰਨੀਆਂ ਵੀ ਮੰਗਾਂ ਨੇ ਉਹਨਾਂ ਨੂੰ ਮੰਨਣ ਤੋਂ ਇਨਕਾਰੀ ਨੇ, ਕਿ ਜਿਹੜੀਆਂ ਵੀ ਪ੍ਰੋਬਲਮਾਂ ਨੇ ਉਹਨਾਂ ਨੂੰ ਸਮਝਣ ਤੋਂ ਉਹ ਨਾਕਾਮਯਾਬ ਨੇਗੇ। ਅੱਛਾ, ਕਿਸਾਨਾਂ ਦੇ ਮਸਲਿਆਂ ਦੇ ਨਾਲ ਹੀ ਥੋੜੀ ਜਿਹੀ ਕੋਵਿਡ ਤੇ ਗੱਲ ਕਰ ਲਈਏ। ਅੰਮ੍ਰਿਤਸਰ ਵਿੱਚ PPE ਕਿੱਟ ਘੁਟਾਲਾ ਹੋਇਆ, ਬੜੀਆਂ ਮਾੜੀਆਂ ਕਿੱਟਾਂ ਲਿਆਂਦੀਆਂ ਗਈਆਂ ਪਰ ਉਹਨਾਂ ਦੇ ਬਿੱਲ 35 ਲੱਖ ਤੋਂ ਵੱਧ ਪਾ ਦਿੱਤੇ ਗਏ ਤੇ ਉਹ ਕਿੱਟਾਂ ਪਾਉਣ ਸਾਰੋਂ ਭੁਰਨੀਆਂ ਸ਼ੁਰੂ ਹੋ ਗਈਆਂ। ਬਹੁਤ ਮਾੜੀ ਸਮੱਗਰੀ ਉਹ ਬਣਾਉਣ ਲਈ ਵਰਤੀ ਗਈ ਸੀ ਤੇ ਇਹ ਹੁਣ ਘੁਟਾਲਾ ਬਹੁਤ ਜ਼ੋਰ ਸ਼ੋਰ ਨਾਲ ਚਰਚਿਤ ਹੋ ਰਿਹਾ। ਪਰ ਕਿਉਂਕਿ COVID-19 ਕਰਕੇ ਲੋਕਡਾਊਨ ਲਾਗੂ ਹੋਇਆ ਹੈ, ਮੀਡੀਆ ਦੀ ਵੀ ਉਸ ਤਰ੍ਹਾਂ ਅਪਰੋਚ ਪਹੁੰਚ ਸਾਰੀਆਂ ਥਾਵਾਂ ਤੇ ਓਨੀ ਸਖਾਲੀ ਨਹੀਂ ਰਹੀ ਤੇ ਮੀਡੀਆ ਨੂੰ ਆਪਣਾ ਪੱਖ ਲੋਕਾਂ ਤੱਕ ਲੈ ਕੇ ਜਾਣਾ ਔਖਾ ਹੋਇਆ ਪਿਆ। ਤੁਸੀਂ ਇੱਥੇ ਫਿਰ ਕੀ ਪੈਂਤੜਾ ਅਖਤਿਆਰ ਕਰ ਰਹੇ ਹੋ ਤੇ ਤੁਸੀਂ ਇਸ ਮਾਮਲੇ ਦੀ ਆਪਣੇ ਤੌਰ ਤੇ ਕਿਵੇਂ ਜਾਂਚ ਕਰਵਾ ਰਹੇ ਹੋ ਤੇ ਸਰਕਾਰ ਤੱਕ ਕਿਵੇਂ ਪਹੁੰਚ ਕਰੋਗੇ? ਦੇਖੋ ਮੇਰੇ ਜਦੋਂ ਮਾਮਲਾ ਧਿਆਨ ਚ ਆਇਆ ਸੀ, ਮੈਂ ਸਾਡੀ ਟੀਮ ਜਿਹੜੀ ਅੰਮ੍ਰਿਤਸਰ ਦੀ ਟੀਮ ਆ, ਕਿਉਂਕਿ ਮੂਵਮੈਂਟ ਕਰਨ ਤੋਂ ਸਰਕਾਰ ਨੇ ਰੋਕਿਆ ਹੈ, ਕਰਫਿਊ ਲੱਗਿਆ ਹੈ। ਸਾਡੀ ਟੀਮ ਜਿਹੜੀ ਆ ਉਹ ਇੰਟਰਨਲੀ ਆਪਣੇ ਲੈਵਲ ਤੇ ਜਿਹੜਾ ਹੈਗਾ ਪਤਾ ਕਰ ਰਹੀ ਹੈ ਵੀ ਕਿੱਥੇ ਕਿੱਥੇ ਘਾਟਾਂ ਨੇ, ਕੌਣ ਜ਼ਿੰਮੇਵਾਰ ਆ। ਜਦੋਂ ਸਾਰਾ ਕੁਝ ਸਾਡੇ ਕੋਲੇ ਸਾਹਮਣੇ ਆ ਗਿਆ ਉਸੇ ਸਮੇਂ ਅਸੀਂ ਪੰਜਾਬ ਦੇ CM ਸਾਹਿਬ ਨੂੰ ਔਰ ਪੰਜਾਬ ਦੇ ਜਿਹੜੇ ਡਾਇਰੈਕਟਰ ਜਨਰਲ ਪੁਲਿਸ ਨੇ ਉਹਨੂੰ ਲਿਖਾਂਗੇ ਕਿ ਜਿਹੜੇ ਵੀ ਸੰਬੰਧਿਤ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਤੁਰੰਤ ਅਰੈਸਟ ਕੀਤਾ ਜਾਵੇ, FIR ਕੀਤੀ ਜਾਵੇ। ਪਰ ਲੇਕਿਨ ਬੜੇ ਅਫਸੋਸ ਦੀ ਗੱਲ ਆ ਕਿ ਜਿਹੜੇ ਵਿਅਕਤੀ, ਚਾਹੇ ਉਹ ਪੰਜਾਬ ਸਰਕਾਰ ਦੇ, ਚਾਹੇ ਕੋਈ ਮਿਨਿਸਟਰ ਹੋਵੇ ਜਾਂ ਆਫੀਸਰ ਸਾਹਿਬਾਨ ਹੋਣ, ਜਿਹੜੇ ਇਸ ਮਹਾਮਾਰੀ ਦੌਰਾਨ ਵੀ ਲੋਕਾਂ ਦੇ ਜੇਬਾਂ ਕੱਟ ਰਹੇ ਨੇ, ਲੋਕਾਂ ਨੂੰ ਜਿਹੜੇ ਲੁੱਟ ਰਹੇ ਨੇਗੇ। ਸੋ ਇਹ ਉਹਨਾਂ ਲਈ ਕਿੰਨੀ ਮੰਦਭਾਗੀ ਤੇ ਸ਼ਰਮਿੰਦਗੀ ਗੱਲ ਆ ਕਿ ਉਹ ਇਸ ਸਮੇਂ ਵੀ ਨਹੀਂ ਹਟ ਰਹੇ। ਸੋ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਵੇ, ਕਿਉਂਕਿ ਅਸੀਂ ਲਾਕਡਾਊਨ ਲੱਗਿਆ ਹੈ। ਪਰ ਲੇਕਿਨ ਮੈਂ ਕੈਪਟਨ ਸਾਹਿਬ ਦੇ ਧਿਆਨ 'ਚ ਮਾਮਲਾ
ਧਿਆਨ 'ਚ ਤਾਂ ਹੋਣਾ ਉਹਨਾਂ ਦੇ ਮਾਮਲਾ, ਹੋ ਨਹੀਂ ਸਕਦਾ ਵੀ ਉਹਨਾਂ ਧਿਆਨ 'ਚ ਨਾ ਹੋਵੇ, ਪਰ ਲੇਕਿਨ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਲੈਟਰ ਵੀ ਲਿਖਾਂਗਾ, ਅਪਰੋਚ ਵੀ ਕਰਾਂਗੇ ਕਿ ਉਹਨਾਂ ਦੇ ਖਿਲਾਫ ਐਕਸ਼ਨ ਹੋਵੇ, ਪਰ ਸਰਕਾਰ ਨੂੰ ਆਪਣੇ ਆਪ ਚਾਹੀਦਾ ਕਿ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੁਣ ਤੱਕ ਹੋ ਜਾਣਾ ਚਾਹੀਦਾ ਸੀਗਾ, ਚਾਹੇ ਉਹ ਛੋਟੇ ਜਿਹੇ ਹਿੱਸੇ 'ਚ ਆਈ ਆ ਗੱਲ ਮੀਡੀਆ ਦੇ, ਚਾਹੇ ਵੱਡੇ ਹਿੱਸੇ 'ਚ ਆਈ ਆ, ਪਰ ਲੇਕਿਨ ਉਹਦੇ ਖਿਲਾਫ ਸਖਤ ਐਕਸ਼ਨ ਹੁਣ ਤੱਕ ਬਣਦਾ ਸੀਗਾ, ਪਰ ਲੇਕਿਨ ਅਸੀਂ ਜਿਹੜਾ ਹੈਗਾ ਮੈਂ ਸੀਐਮ ਸਾਹਿਬ ਨੂੰ ਪੰਜਾਬ ਨੂੰ ਲਿਖਾਂਗਾ ਇਸ ਮਾਮਲੇ ਤੇ। ਹੁਣ ਤੁਸੀਂ ਅੱਗੇ ਤੁਹਾਡੀ ਕੀ ਵਿਉਂਤਬੰਦੀ ਹੈ? ਵਹਾੜੀ ਦਾ ਸੀਜ਼ਨ ਮੁੱਕਦਿਆਂ ਸਾਰ ਤੇ ਲੋਕਡਾਊਨ ਤਾਂ ਹਲੇ ਕੁਝ ਟਾਈਮ ਤੇ ਚੱਲੇਗਾ ਹੀ, ਤੇ ਸੁਰੱਖਿਆ ਪੱਖੋਂ ਇਹ ਜ਼ਰੂਰੀ ਵੀ ਹੈ। ਤੁਹਾਡੀ ਅੱਗੇ ਲਈ ਕੀ ਵਿਉਂਤਬੰਦੀ ਹੈ? ਸਿਰਫ ਮੈਂ ਜਾਣਨਾ ਚਾਹੁੰਦੀ ਹਾਂ ਕਿ ਆਮ ਆਦਮੀ ਪਾਰਟੀ ਜੋ ਵਿਰੋਧੀ ਧਿਰ ਹੈ ਅਸੈਂਬਲੀ ਵਿੱਚ, ਕਿਉਂਕਿ ਫਿਰ ਮੈਂ ਕਹਿ ਰਹੀ ਹਾਂ ਕਿ ਵਿਧਾਇਕਾਂ ਦਾ ਜਿਹੜਾ ਵਿਰੋਧੀ ਧਿਰ ਦੇ ਵਿਧਾਇਕ ਨੇ ਉਹ ਕੀ ਬਹੁਤ ਕੰਮ ਕਰਵਾ ਸਕਦੇ ਹਨ, ਜਿਸ ਤਰ੍ਹਾਂ ਸੁਖਪਾਲ ਖਹਿਰਾ ਹੋਰੀ ਸਰਗਰਮ ਹਨ, ਬੈਂਸ ਭਰਾ ਸਰਗਰਮ ਹਨ, ਤੇ ਉਹ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ੋਰ ਸ਼ੋਰ ਨਾਲ ਲੱਗੇ ਹਨ। ਤੇ ਤੁਸੀਂ ਕੀ ਵਿਉਂਤਬੰਦੀ ਕੀਤੀ ਹੈ ਵਿਰੋਧੀ ਧਿਰ ਦੀ ਹੈਸੀਅਤ ਵਿੱਚ? ਇੱਕ ਠੋਸ ਉਪਰਾਲਾ ਕੀ ਕਰ ਰਹੇ ਹੋ? ਦੇਖੋ ਦਵਿੰਦਰ ਜੀ, ਅਸੀਂ ਬਿਲਕੁਲ ਗਰਾਊਂਡ ਤੇ ਮੌਜੂਦ ਆ। ਜੇ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਮੰਡੀ 'ਚ ਵੀ ਆਪਦਾ ਕੈਮਰਾ ਲਿਆ ਕੇ ਦਿਖਾ ਸਕਦਾ ਵੀ ਅਸੀਂ ਕੱਲੀ ਮੰਡੀਆਂ ਜਾਗੇ, ਪਰ ਲੇਕਿਨ ਇਹ ਸਮਾਂ ਸਿਆਸਤ ਕਰਨ ਦਾ ਨਹੀਂ ਹੈਗਾ। ਅਸੀਂ ਬਿਲਕੁਲ ਜਿੰਨੇ ਵੀ ਮਾਮਲੇ ਨੇ ਕਿ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਉਂਦੇ ਆ, ਕੈਪਟਨ ਸਾਹਿਬ ਦੇ ਧਿਆਨ 'ਚ ਲਿਆਉਂਦੇ ਆ, ਕੰਮ ਉਹਨਾਂ ਨੇ ਕਰਨਾ ਗਾ। ਸਾਡਾ ਕੰਮ ਜਿਹੜਾ ਸਾਨੂੰ ਮਿਲਿਆ ਹੈਗਾ, ਅਸੀਂ ਬਾਖੂਬੀ ਉਹ ਰੋਲ ਨਿਭਾ ਰਹੇ ਹੈਗੇ, ਉਹ ਰੋਲ ਤੇ ਅਸੀਂ ਲਗਾਤਾਰ ਲੱਗੇ ਹੋਏ ਹੈਗੇ, ਉਹ ਰੋਲ ਤੇ ਅਸੀਂ ਨਿਭਾ ਰਹੇ ਹੈਗੇ। ਬਿਲਕੁਲ ਅਸੀਂ ਕਿਸੇ ਦੇ ਨਾਲ ਨਹੀਂ ਜਾਣਾ ਚਾਹੁੰਦੇ, ਅਸੀਂ ਕਿਸੇ ਦੇ ਨਾਲ ਮੁਕਾਬਲਾ ਨਹੀਂ ਕਰਨਾ ਚਾਹੁੰਦੇ। ਅਸੀਂ ਜੋ ਸਮੱਸਿਆਵਾਂ ਨੇ ਗਰਾਊਂਡ ਲੈਵਲ ਤੇ ਉਹ ਬਿਲਕੁਲ ਅੱਛੇ ਤਰੀਕੇ ਦੇ ਨਾਲ ਸਰਕਾਰ ਦੇ ਸਾਹਮਣੇ ਰੱਖ ਰਹੇ ਹਾਂਗੇ। ਚੀਮਾ ਸਾਹਿਬ, 2-4 ਦਿਨਾਂ ਤੋਂ ਮੀਡੀਆ ਵਿੱਚ ਇਹ ਰਿਪੋਰਟਾਂ ਵੀ ਨੇ ਕਿ ਅਫਸਰ ਤਾਂ ਮੰਡੀਆਂ 'ਚ ਜਾ ਹੀ ਨਹੀਂ ਰਹੇ, ਉਹ ਵਟਸਐਪ ਰਾਹੀਂ ਜਾਂ ਫੋਨਾਂ ਰਾਹੀਂ ਹੀ ਸਾਰ ਰਹੇ ਹਨ ਤੇ ਆਪਣੇ ਦਫ਼ਤਰਾਂ 'ਚ ਬੈਠੇ ਹਨ ਕਰੋਨਾ ਦੇ ਡਰੋਂ। ਤੁਹਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਕੋਈ ਇਸ ਤਰ੍ਹਾਂ ਦਾ ਪਿਆ ਭਈ ਅਫਸਰ ਤੁਹਾਨੂੰ ਉਪਲਬਧ ਨਹੀਂ, ਜਾਂ ਮੰਡੀਆਂ 'ਚ ਕਿਸਾਨਾਂ ਨੇ, ਆੜ੍ਹਤੀਆਂ ਨੇ ਤੁਹਾਨੂੰ ਇਹ ਦੁੱਖ ਦੱਸਿਆ ਹੋਵੇ ਕਿ ਅਧਿਕਾਰੀ ਤਾਂ ਇੱਥੇ ਪਹੁੰਚ ਹੀ ਨਹੀਂ ਰਹੇ, ਤੇ ਜੋ ਗਰਾਊਂਡ ਜ਼ੀਰੋ ਤੋਂ ਸਥਿਤੀ ਉਹ ਨਹੀਂ ਹੋ ਰਿਹਾ? ਜਿਹੜੇ ਹੇਠ ਦੇ ਪੱਧਰ ਦੇ ਅਧਿਕਾਰੀ ਨੇਗੇ ਉਹ ਸਾਰੇ ਮੌਜੂਦ ਨੇਗੇ, ਚਾਹੇ ਉਹ ਇੰਸਪੈਕਟਰ ਨੇਗੇ, ਚਾਹੇ ਐਸਡੀਐਮ ਸਾਹਿਬਾਨ ਨੇ, ਚਾਹੇ ਤਹਿਸੀਲਦਾਰ ਨੇ, ਉਹ ਸਾਰੇ ਮੌਜੂਦ ਨੇਗੇ। ਪਰ ਲੇਕਿਨ ਮੈਂ ਸਮਝਦਾ ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਨੂੰ ਵੀ ਮੰਡੀਆਂ 'ਚ ਉਤਰਨਾ ਚਾਹੀਦਾ ਸੀਗਾ। ਪਰਸੋਂ ਚੌਥਾ ਹੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜਾ ਹੈਗਾ ਬੜੀ ਲੰਬੀ ਸਟੋਰੀ ਛਪੀ ਸੀਗੀ, ਔਰ ਮੈਂ ਵੀ ਕਿਹਾ ਸੀਗਾ ਕਿ ਜਿਵੇਂ ਪਹਿਲਾਂ ਹੁੰਦਾ ਸੀਗਾ ਕਿ ਸਾਰੇ ਅਧਿਕਾਰੀ ਜਿਹੜੇ ਹੈਗੇ ਨੇਗੇ ਉਹ ਗਰਾਊਂਡ ਤੇ ਉਤਰਦੇ ਸੀਗੇ, ਪਰ ਲੇਕਿਨ ਇਸ ਵਾਰ ਜਿਹੜਾ ਹੈਗਾ ਕੋਰੋਨਾ ਮਹਾਮਾਰੀ ਦਾ ਬਹਾਨਾ ਲਾ ਕੇ ਸਾਰੇ ਜਿਹੜੇ ਅਧਿਕਾਰੀ ਨੇ ਲੁਕੇ ਹੋਏ ਨੇਗੇ, ਉਹਨਾਂ ਨੂੰ ਚਾਹੀਦਾ ਕਿ ਗਰਾਊਂਡ ਤੇ ਉਤਰਨ, ਕਿਉਂਕਿ ਜਦ ਤੱਕ ਵੱਡੇ ਅਧਿਕਾਰੀ ਨਹੀਂ ਉਤਰਦੇ ਉਦੋਂ ਤੱਕ ਮੈਂ ਸਮਝਦਾ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਹੈਗਾ। ਔਰ ਇਹ ਕੋਰੋਨਾ ਮਹਾਮਾਰੀ ਕਰਕੇ ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨ ਨੇਗੇ, ਬਹੁਤ ਸਾਰੇ ਸਰਕਾਰ ਦੇ ਨੁਮਾਇੰਦੇ ਨੇ, ਉਹ ਵੀ ਜਿਹੜੇ ਥੱਲੇ ਆ ਰਹੇ, ਬਹੁਤ ਸਾਰੀਆਂ ਪਾਬੰਦੀਆਂ ਨੇਗੀਆਂ, ਬਹੁਤ ਸਿਸਟਮ 'ਚ ਰਹਿਣਾ ਪੈਂਦਾ ਹੈਗਾ। ਸੋ ਇਸ ਗੱਲ ਕਰਕੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਦੋਂ ਇਹ ਮਹਾਮਾਰੀ ਜਿਹੜੀ ਆ ਦੂਰ ਹੋਊਗੀ, ਮੈਂ ਸਮਝਦਾ ਉਦੋਂ ਹੀ ਬਹੁਤ ਸਾਰੀਆਂ ਦਿੱਕਤਾਂ ਉਦੋਂ ਤੱਕ ਹੱਲ ਹੋਣਗੀਆਂ। ਚੀਮਾ ਸਾਹਿਬ, ਨਰਸਾਂ ਜਿਹੜੀਆਂ ਕਿ ਫਰੰਟ ਤੇ ਆ ਕੇ ਇਸ ਮਹਾਮਾਰੀ ਦੇ ਖਿਲਾਫ ਡਟੀਆਂ ਹੋਈਆਂ ਹਨ, ਡਾਕਟਰ ਤੇ ਨਰਸਾਂ ਖਾਸ ਕਰਕੇ ਜਿਨ੍ਹਾਂ ਨੂੰ ਮਲਟੀਪਰਪਜ਼ ਹੈਲਥ ਵਰਕਰ ਕਹਿ ਦਿੰਦੇ ਹਨ, ਉਹਨਾਂ ਵਿੱਚੋਂ ਬਹੁਤਿਆਂ ਦਾ ਦਾਅਵਾ ਪਿਛਲੇ ਦਿਨੀ ਨਰਸਾਂ ਦੀ ਜਿਹੜੀ ਪੰਜਾਬ ਦੀ ਜਿਹੜੀ ਕੰਟਰੈਕਟ ਤੇ ਨੇ ਜਿਹੜੀਆਂ ਮਲਟੀਪਰਪਜ਼ ਹੈਲਥ ਵਰਕਰਸ, ਉਹਨਾਂ ਨੇ ਦਾਅਵਾ ਕੀਤਾ ਸੀ ਕਿ ਪੈਰਾਸੀਟਾਮੋਲ ਵਰਗੀ ਵੀ ਦਵਾਈ ਉਪਲਬਧ ਨਹੀਂ ਡਿਸਪੈਂਸਰੀਆਂ 'ਚ ਜਾਂ ਉਹਨਾਂ ਕੋਲੇ। ਤੁਸੀਂ ਇਸ ਵੇਲੇ ਕਿਉਂਕਿ ਆਪਣੇ ਹਲਕੇ ਵਿੱਚੋਂ, ਦਿੜਬਾ ਹਲਕੇ ਵਿੱਚੋਂ ਤੇ ਮੰਡੀਆਂ 'ਚ ਵੀ ਲਗਾਤਾਰ ਜੁੜੇ ਹੋਏ ਹੋ ਲੋਕਾਂ ਨਾਲ, ਜਾਂ ਘੱਟੋ ਘੱਟ ਸਥਿਤੀ ਦਾ ਜਾਇਜ਼ਾ ਲੈ ਰਹੇ ਹੋ, ਕੀ ਤੁਸੀਂ ਇਸ ਫਰੰਟ ਤੇ ਧਿਆਨ ਦਿੱਤਾ ਕਿ ਹਸਪਤਾਲਾਂ 'ਚੋਂ ਇਹ ਦਵਾਈ ਘੱਟੋ ਘੱਟ ਅਵੇਲੇਬਲ ਹੋਣੀ ਚਾਹੀਦੀ ਹੈ, ਤੇ ਜਿਹੜੇ ਬੱਚਿਆਂ ਦੀ ਵੈਕਸੀਨੇਸ਼ਨ ਹੋਣੀ ਹੈ ਉਹਨਾਂ ਦਾ ਵੀ ਖਾਸ ਹਾਲਾਤ ਵਿੱਚ ਧਿਆਨ ਰੱਖਿਆ ਜਾਣਾ ਬਣਦਾ ਹੈ, ਕਿਉਂਕਿ ਵੈਕਸੀਨੇਸ਼ਨ ਤਾਂ ਟੀਕੇ ਲਾਉਣ ਦਾ ਕੰਮ ਉਹਨਾਂ ਤੇ ਟਾਈਮ ਤੇ ਹੋਣਾ ਜ਼ਰੂਰੀ ਹੁੰਦਾ, ਇੱਕ ਮਿੱਥਿਆ ਸਮਾਂ ਹੁੰਦਾ। ਇਸ ਫਰੰਟ ਤੇ ਤੁਹਾਡਾ ਇਸ ਫਰੰਟ ਵੱਲ ਧਿਆਨ ਗਿਆ? ਦੇਖੋ ਜੀ, ਜਦੋਂ ਮੈਂ ਫਿਰ ਤੁਹਾਨੂੰ ਬਾਰ-ਬਾਰ ਇੱਕੋ ਗੱਲ ਕਹੂੰਗਾ ਕਿ ਜਦੋਂ ਆਲ ਪਾਰਟੀ ਮੀਟਿੰਗ ਹੋਈ ਸੀ, ਉਦੋਂ ਸਾਰੇ ਦੇ ਸਾਰੇ ਮਾਮਲੇ ਹੈਗੇ ਨੇ ਪੰਜਾਬ ਸਰਕਾਰ ਦੇ ਧਿਆਨ 'ਚ ਲਿਆਂਦੇ ਸੀ। ਉਹ ਲਗਾਤਾਰ ਟੀਵੀ ਡਿਬੇਟ ਦੇ ਜ਼ਰੀਏ ਲਗਾਤਾਰ, ਕਿਉਂਕਿ ਹੁਣ ਮੈਂ ਨਹੀਂ ਚਾਹੁੰਦਾ ਸੀਗਾ, ਹੁਣ ਜਿਹੜਾ ਬਹੁਤ ਸਾਰਾ ਮੀਡੀਆ ਜਿਹੜਾ ਹੈਗਾ, ਕਿਉਂਕਿ ਸਰਕਾਰ ਦਾ ਮੀਡੀਆ ਬਹੁਤ ਜ਼ਿਆਦਾ ਸਰਗਰਮ ਆ, ਸਰਕਾਰ ਦੇ ਪ੍ਰੈਸ ਨੋਟ, ਸਰਕਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੀ ਆ ਇਸ ਸਮੇਂ ਹਰ ਮੀਡੀਆ ਤੇ ਛਾਈ ਹੋਈ ਆ। ਦੂਜੀਆਂ ਬਹੁਤ, ਕਿਉਂਕਿ ਜਿਹੜੇ ਜਰਨਲਿਸਟ ਨੇਗੇ, ਬਹੁਤ ਘੱਟ ਜਰਨਲਿਸਟ ਨੇ ਜਿਹੜੇ ਉਹ ਗਰਾਊਂਡ ਤੇ ਨੇ, ਕਿ ਵੱਡਾ ਖਤਰਾ ਜਿਹੜਾ ਹੈਗਾ, ਕਿਉਂਕਿ ਹਰ ਇੱਕ ਜਰਨਲਿਸਟ ਨੇ ਉਹ ਵੀ ਜਿਹੜੇ ਉਹ ਵੀ ਇਸ ਵਿਪਤਾ 'ਚ ਫਸ ਸਕਦੇ ਨੇ। ਸੋ ਸਾਰੇ ਕਿਤੇ ਨਾ ਕਿਤੇ ਅਵੋਇਡ ਕਰ ਰਹੇ ਨੇ। ਸਾਰਾ ਮਾਮਲਾ ਜਿਹੜਾ ਹੈਗਾ
ਪੰਜਾਬ ਸਰਕਾਰ ਦੇ ਧਿਆਨ ਚ ਲਿਆਂਦਾ, ਚਾਹੇ ਉਹ ਟਵੀਟ ਦਾ ਜ਼ਰੀਆ, ਚਾਹੇ ਸੋਸ਼ਲ ਮੀਡੀਆ ਦੇ ਜ਼ਰੀਆ। ਅਸੀਂ ਹਰ ਗੱਲ ਕੱਲੀ ਗੱਲ ਜਿਹੜੀ ਤੁਸੀਂ ਕਹਿਣੀ ਚਾਹੁੰਦੇ ਹੋ ਸਾਰੀ ਦੀ ਸਾਰੀ ਪੰਜਾਬ ਸਰਕਾਰ ਦੇ ਧਿਆਨ ਚ ਬਾਖੂਬੀ ਟਾਈਮ ਟੂ ਟਾਈਮ ਲਿਆ ਰਿਹਾ। ਹਰਪਾਲ ਸਿੰਘ ਚੀਮਾ ਜੀ, ਤੁਸੀਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਮੈਂਬਰ ਵਜੋਂ ਸਾਡੇ ਟੀਵੀ ਪੰਜਾਬ ਦੇ ਵੇਖਣ ਸੁਣਨ ਵਾਲਿਆਂ ਨਾਲ ਜੁੜੇ ਤੇ ਕੁਝ ਸਵਾਲ ਜਵਾਬ ਆਪਾਂ ਕੁਝ ਗੱਲਾਂ ਆਮੋ ਸਾਹਮਣੇ ਕੀਤੀਆਂ ਤੇ ਸਾਨੂੰ ਦਿੜਬਾ ਦੀ ਮੰਡੀ ਦੀ ਸਥਿਤੀ ਦਾ ਵੀ ਪਤਾ ਲੱਗਿਆ ਤੇ ਅਸੀਂ ਆਸ ਇਹ ਰੱਖਦੇ ਹਾਂ ਕਿ ਵਿਰੋਧੀ ਧਿਰ ਦੇ ਆਗੂ ਵਜੋਂ ਹੀ ਤੁਸੀਂ ਕੁਝ ਕੰਮ ਸਰਕਾਰ ਤੋਂ ਕਰਵਾਉਣੇ ਨੇ, ਜ਼ਰੂਰ ਕਰਵਾ ਲਓਗੇ ਤੇ ਅਸੀਂ ਇਹ ਵੀ ਆਸ ਰੱਖਦੇ ਹਾਂ ਕਿ ਤੁਹਾਡੀ ਪਾਰਟੀ ਜੋ ਇਸ ਵੇਲੇ ਕੇਜਰੀਵਾਲ ਸਾਹਿਬ ਦੀ ਦਿੱਲੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਬਹੁਤ ਕਰ ਰਹੀ ਹੈ, ਪਰ ਅਸੀਂ ਇੰਨੀ ਕਿ ਤੁਹਾਨੂੰ ਬੇਨਤੀ ਕਰਦੇ ਹਾਂ ਪੰਜਾਬ ਵੱਲੋਂ ਕਿ ਪੰਜਾਬ ਦੇ ਮਸਲੇ ਵੀ ਸੋਸ਼ਲ ਮੀਡੀਆ ਤੇ ਉਨੇ ਹੀ ਉਠਾਏ ਜਾਣ ਤੇ ਹੋਰ ਮਸਲਿਆਂ ਤੇ ਆਪਾਂ ਗੱਲਬਾਤ ਜਾਰੀ ਰੱਖਾਂਗੇ। ਤੁਹਾਡੇ ਨਾਲ ਆਉਂਦੇ ਦਿਨਾਂ ਵਿੱਚ ਫਿਰ ਜੁੜਦੇ ਹਾਂ ਤੇ ਉਦੋਂ ਤੱਕ ਲਈ ਸਾਡੇ ਚੈਨਲ ਤੇ ਟੀਵੀ ਪੰਜਾਬ ਤੇ ਆਉਣ ਲਈ ਤੇ ਸਾਨੂੰ ਆਪਣੇ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।